करनाल ਦੇ ਅੰਦਰ ਹਰਿਆਣੇ ਦੇ ਕਿਸਾਨ ਹੀ ਪ੍ਰੋਟੈਸਟ ਕਰਨਗੇ ਤੇ ਤੁਸੀਂ ਉਹਨਾਂ ਨੂੰ ਪ੍ਰੋਟੈਸਟ ਨਹੀਂ ਕਰਨ ਦੇ ਰਹੇ, ਪ੍ਰੋਟੈਸਟ ਕਰਨ ਦਾ ਹੱਕ ਖੋ ਰਹੇ ਹੋ। ਧਾਰਾ 144 ਲਾ ਦੇਣੀ, ਇੰਟਰਨੈਟ ਬੰਦ ਕਰ ਦੇਣਾ। ਕਸ਼ਮੀਰ 'ਚ ਬੰਦ ਕੀਤਾ ਜਾਂਦਾ, ਉੱਥੇ ਹਾਲਾਤ ਹੁੰਦੇ ਆ ਹੋਏ ਜੇ। ਕਸ਼ਮੀਰ ਦੇ ਹਾਲਾਤ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਉੱਤਰ ਪ੍ਰਦੇਸ਼ ਦੀ ਸਿਆਸਤ ਖਾਸ ਤੌਰ ਤੇ ਜਿਹੜੀ ਇਹ ਜਾਟਲੈਂਡ ਆ, ਜੇ ਆਪਾਂ ਕਹਿ ਦਈਏ ਪੱਛਮੀ ਜਿਹੜਾ ਉੱਤਰ ਪ੍ਰਦੇਸ਼ ਆ ਤੇ ਹਰਿਆਣਾ, ਇਹਦੀ ਸਿਆਸਤ ਇੱਕ ਦੂਜੇ ਨੂੰ ਪ੍ਰਭਾਵਿਤ। ਰਿਸ਼ਤੇਦਾਰੀਆਂ ਨੇ ਬਹੁਤ ਸਾਰੀਆਂ, ਹਰਿਆਣੇ ਦੀਆਂ ਰਿਸ਼ਤੇਦਾਰੀਆਂ ਉੱਤਰ ਪ੍ਰਦੇਸ਼ 'ਚ ਨੇ, ਪੱਛਮੀ ਉੱਤਰ ਪ੍ਰਦੇਸ਼ ਦੀਆਂ ਰਿਸ਼ਤੇਦਾਰੀਆਂ ਹਰਿਆਣਾ 'ਚ ਨੇ। यूपीए ਦੀ ਸਰਕਾਰ ਸੇ ਅੰਨਾ ਅੰਦੋਲਨ ਹੋ ਰਿਹਾ ਸੀ, ਉਹਨੂੰ ਆਰਐਸਐਸ ਵੀ ਸਪੋਰਟ ਕਰ ਰਹੀ ਸੀ, ਬੀਜੇਪੀ ਵੀ ਸਪੋਰਟ ਕਰ ਰਹੀ ਸੀ। ਥੋੜਾ ਜ਼ੋਰ ਲਾਇਆ, ਐਮਰਜੈਂਸੀ ਦੇ ਅੰਦਰ ਬੀਜੇਪੀ ਪ੍ਰੋਟੈਸਟ ਕਰਦੀ ਰਹੀ ਹੈਗੀ, ਕਾਂਗਰਸ ਨੇ ਧੱਕਾ ਕੀਤਾ। ਉਦੋਂ ਇੰਦਰਾ ਗਾਂਧੀ ਨੇ ਸਰੇਆਮ ਧੱਕਾ ਕੀਤਾ, ਉਸ ਧੱਕੇ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ। ਇਸ ਤਰ੍ਹਾਂ ਦਾ ਤਰੀਕਾ ਅਪਣਾਇਆ ਜਾਣਾ ਸਰਕਾਰਾਂ ਵੱਲੋਂ, ਇਹ ਬਿਲਕੁਲ ਗਲਤ ਤਰੀਕਾ ਹੈਗਾ। ਇਹ ਵਹਿਮ ਇੰਦਰਾ ਗਾਂਧੀ ਨੂੰ ਵੀ ਸੀਗਾ, ਇਹ ਵਹਿਮ ਦੁਨੀਆ ਦੇ ਬਹੁਤ ਸਾਰੇ ਤਾਨਾਸ਼ਾਹਾਂ ਨੂੰ ਰਿਹਾ ਗਾ ਕਿ ਸ਼ਾਇਦ ਐਂ ਹੋਏਗਾ ਤਾਂ ਅਸੀਂ ਦੱਬ ਲਾਂਗੇ। ਇਹ ਗੱਲ ਦਾ ਵਹਿਮ ਪਾਲਣਾ ਕਿ ਜੀ ਧਾਰਾ 144 ਲਾ ਕੇ, ਇੰਟਰਨੈਟ ਬੰਦ ਕਰਕੇ, ਜ਼ਬਾਨਬੰਦੀ ਕਰਕੇ ਚੀਜ਼ਾਂ ਰੋਕ ਲਾਂਗੇ, ਨਹੀਂ ਰੁਕਣੀਆਂ ਚੀਜ਼ਾਂ। ਕਿਸਾਨ ਸੰਯੁਕਤ ਕਿਸਾਨ ਮੋਰਚਾ, ਜਿਹਨੂੰ ਹੁਣ ਦੇਸ਼ ਦੇ ਹਰ ਹਿੱਸੇ 'ਚੋਂ ਲੋਕ ਅਪਰੋਚ ਕਰਨ ਲੱਗੇ। ਕੱਲ੍ਹ ਜੋਗਿੰਦਰ ਯਾਦਵ ਹੋਰੀ ਮੈਨੂੰ ਦੱਸ ਰਹੇ ਸੀ, ਰਾਜੇਵਾਲ ਹੋਰੀ ਦੱਸ ਰਹੇ ਸੀ ਕਿ ਪੂਰੇ ਦੇਸ਼ 'ਚੋਂ ਸਾਨੂੰ ਲੋਕ ਅਪਰੋਚ ਕਰ ਰਹੇ ਨੇ। ਤਾਂ ਬਿਹਤਰ ਮੁਲਕ ਮੰਨਦੇ ਆ ਦੁਨੀਆ ਦੇ, ਸਭ ਤੋਂ ਬਿਹਤਰ ਮੁਲਕ, ਉੱਥੇ ਇਸ ਗੱਲ ਦਾ ਪੂਰਾ ਰਾਈਟ ਹੁੰਦਾ ਕਿ ਕੋਈ ਵੀ ਆਪਣੀ ਗੱਲ ਕਹਿ ਸਕਦਾ। ਕੀ ਹਰਿਆਣਾ 'ਚ ਕਸ਼ਮੀਰ ਵਰਗੇ ਹਾਲਾਤ ਬਣ ਗਏ ਨੇ ਜੋ ਇੰਟਰਨੈਟ ਬੰਦ ਕਰ ਦਿੱਤਾ ਗਿਆ, ਜਦਕਿ ਕਿਸਾਨ ਤਾਂ ਕਹਿ ਰਹੇ ਨੇ ਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਨਾ ਹੈ। ਇਸੇ ਹੀ ਗੱਲ ਨੂੰ ਡੀਕੋਡ ਕਰਾਂਗੇ ਰਾਜਨੀਤੀ ਡੀਕੋਡ ਦੇ ਵਿੱਚ ਯਾਦਵਿੰਦਰ ਸਿੰਘ ਦੇ ਨਾਲ। ਯਾਦਵਿੰਦਰ ਜੀ, ਮੁਜ਼ੱਫਰਨਗਰ ਦੇ ਵਿੱਚ ਮਹਾਪੰਚਾਇਤ ਹੋ ਕੇ ਹਟੀ ਹੈ, ਕੀ ਹਰਿਆਣਾ ਸਰਕਾਰ ਆ ਜਿਹੜੀ ਉਸ ਮਹਾਪੰਚਾਇਤ ਤੋਂ ਡਰ ਗਈ ਹੈ? ਹਾਂ, ਬਿਲਕੁਲ ਲੱਗਦਾ ਇਹੀ ਹੈਗਾ ਕਿ ਜੋ ਮੁਜ਼ੱਫਰਨਗਰ ਦਾ ਸੁਨੇਹਾ ਗਿਆ, ਜਿਹਦੇ ਬਾਰੇ ਖੱਟਰ ਕਹਿੰਦੇ ਸੀ ਹਰਿਆਣੇ 'ਚੋਂ ਤਾਂ ਕਿਸਾਨ ਅੰਦੋਲਨ 'ਚ ਹੀ ਨਹੀਂ, ਜਦੋਂ ਕਿ ਅਸੀਂ ਆਪਣੀਆਂ ਅੱਖਾਂ ਦੇ ਨਾਲ ਔਰ ਉਹਨਾਂ ਦੀਆਂ ਇੰਟਰਵਿਊਆਂ ਕੀਤੀਆਂ, ਹਰਿਆਣੇ ਦੇ ਕਿਸਾਨ ਵੱਡੇ ਪੱਧਰ 'ਤੇ ਪਹੁੰਚੇ ਹੋਏ ਸੀ, ਉਹਨਾਂ ਦੇ ਕਾਫਲੇ, ਉਹਨਾਂ ਦੀਆਂ ਗੱਡੀਆਂ, ਟਰੈਕਟਰ, ਟਰਾਲੀਆਂ ਵੱਡੇ ਪੱਧਰ 'ਤੇ ਪਹੁੰਚੀਆਂ ਹੋਈਆਂ ਸੀ। ਤਾਂ ਇਹੀ ਮੰਨਿਆ ਜਾ ਸਕਦਾ ਕਿ ਕਸ਼ਮੀਰ ਤਾਂ ਨਹੀਂ ਬਣਿਆ ਹਰਿਆਣਾ, ਹਰਿਆਣੇ ਦੇ ਨਾਲ ਲੱਗਦਾ ਉੱਤਰ ਪ੍ਰਦੇਸ਼ 'ਚ ਮਹਾਪੰਚਾਇਤ ਹੋਈ ਹੈ। ਉਸ ਮਹਾਪੰਚਾਇਤ ਨੇ ਇੱਕ ਵੱਡਾ ਅਸਰ, ਅੱਜ ਅੰਗਰੇਜ਼ੀ ਦੇ ਅਖਬਾਰ ਦੇਖੋਗੇ, ਫਰੰਟ ਪੇਜ ਦੀ ਖਬਰ ਉੱਤਰ ਪ੍ਰਦੇਸ਼ ਦੇ ਅੰਦਰ ਵੀ, ਨੈਸ਼ਨਲ 'ਚ ਵੀ ਲੱਗੀ ਹੈ ਕਿਸਾਨਾਂ ਦੀ। ਹਾਲਾਂਕਿ ਹਿੰਦੀ ਅਖਬਾਰਾਂ ਨੇ ਠੀਕ ਢੰਗ ਨਾਲ ਖਬਰ ਨਹੀਂ ਕੀਤਾ, ਛੋਟੀਆਂ ਉਹਨਾਂ ਨੇ ਹੈਡਲਾਈਨਾਂ ਲਾ ਕੇ ਛੱਡਤੀਆਂ, ਵੱਡਾ ਸਪੇਸ ਅੰਗਰੇਜ਼ੀ ਅਖਬਾਰਾਂ ਨੇ ਦਿੱਤਾ। ਤਾਂ ਇੱਕ ਵਾਰ ਪੂਰੇ ਦੇਸ਼ ਦੇ ਅੰਦਰ ਸੁਨੇਹਾ ਗਿਆ ਕਿ ਕਿਸਾਨਾਂ ਦਾ ਅੰਦੋਲਨ ਮਗਿਆ ਹੋਇਆ, ਭਖਿਆ ਹੋਇਆ, ਜਿਹੜੇ ਕਹਿੰਦੇ ਸੀ ਫਿਜ਼ਲ ਆਊਟ ਹੋ ਜੂ, ਕਿਸਾਨਾਂ ਦਾ ਅੰਦੋਲਨ ਘਟ ਗਿਆ, ਕਿਸਾਨਾਂ ਦਾ ਅੰਦੋਲਨ ਹੁਣ ਅੱਗੇ ਨਹੀਂ ਵਧੇਗਾ, ਉਹਨਾਂ ਦੇ ਲਈ ਇੱਕ ਵੱਡਾ ਸੁਨੇਹਾ। ਸ਼ਾਇਦ ਇਸੇ ਨੂੰ ਦੇਖਦਿਆਂ ਦੇਖੋ ਧਾਰਾ 144 ਲਾ ਦੇਣੀ, ਇੰਟਰਨੈਟ ਬੰਦ ਕਰ ਦੇਣਾ। ਕਸ਼ਮੀਰ 'ਚ ਬੰਦ ਕੀਤਾ ਜਾਂਦਾ, ਉੱਥੇ ਹਾਲਾਤ ਹੁੰਦੇ ਆ ਹੋਏ ਜੇ। ਕਸ਼ਮੀਰ ਦੇ ਹਾਲਾਤ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਮਾੜੇ ਹਾਲਾਤ ਹੋ ਜਾਂਦੇ ਨੇ ਉੱਥੇ, ਟੈਰਰਿਜ਼ਮ ਵੀ ਹੈਗਾ ਉੱਥੇ, ਪਰ ਇੱਥੇ ਤਾਂ ਕੋਈ ਇਸ ਤਰ੍ਹਾਂ ਦੇ ਹਾਲਾਤ ਨਹੀਂ ਹੈਗਾ। ਹਰਿਆਣੇ ਦੇ ਅੰਦਰ ਤਾਂ ਕੋਈ ਇਸ ਤਰ੍ਹਾਂ ਦੇ ਹਾਲਾਤ ਨਹੀਂ ਹੈ। ਹਰਿਆਣੇ 'ਚ ਇੱਕ ਉਹਨਾਂ ਨੇ ਕਿਹਾ ਸੀ ਆਪਦੇ ਇਨਸਾਫ ਦੇ ਲਈ ਰੈਲੀ ਕਰਨੀ ਆ, ਘਿਰਾਓ ਕਰਨਾ ਗਾ। ਘਿਰਾਓ ਕਰਨਾ ਤਾਂ ਸੈਕਟਰੀਏਟ ਦੇ ਘਿਰਾਓ ਦੀ ਗੱਲ ਕਰ ਰਹੇ ਨੇ, ਔਰ ਬਹੁਤ ਸਾਰੀ ਵਾਰ ਡੀਸੀ ਦਾ ਘਿਰਾਓ, ਡੀਸੀ ਦਫ਼ਤਰ ਦਾ ਘਿਰਾਓ, ਆਮ ਤੌਰ 'ਤੇ ਚੀਫ ਮਿਨਿਸਟਰ ਦੇ ਦਫ਼ਤਰ ਦਾ ਘਿਰਾਓ, ਚੀਫ ਮਿਨਿਸਟਰ ਦੇ ਘਰ ਦਾ ਘਿਰਾਓ ਪੰਜਾਬ ਦੇ ਅੰਦਰ ਹੀ ਹੁੰਦਾ। ਆਮ ਆਦਮੀ ਪਾਰਟੀ ਨੇ ਕੀਤਾ, ਅਕਾਲੀ ਦਲ ਕਰਦਾ ਰਿਹਾ, ਕਾਂਗਰਸ ਕਰਦੀ ਰਹੀ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਸੱਤਾ ਸੀ, ਮੇਰੇ ਯਾਦ ਆ। ਔਰ ਹਰ ਵਾਰ ਹੁੱਡਾ ਦਾ, ਕਿੰਨਾ ਦਾ ਨਹੀਂ ਹੋਇਆਗਾ, ਘਰਾਂ ਦੇ ਘਿਰਾਓ, ਦਫ਼ਤਰਾਂ ਦੇ ਘਿਰਾਓ। ਜਿਹੜੇ ਲੋਕ ਸਿੰਬਲ ਹੁੰਦੇ ਨੇ ਸਿਆਸਤ 'ਚ, ਪਾਵਰ ਦਾ ਸਿੰਬਲ ਹੁੰਦੇ ਨੇ, ਸ਼ਕਤੀ ਦਾ ਜਿਹੜੇ ਸਿੰਬਲ ਹੁੰਦੇ ਨੇ, ਲੋਕ ਅਕਸਰ ਉਹਨਾਂ ਥਾਵਾਂ ਦਾ ਘਿਰਾਓ ਕਰਦੇ ਨੇ। ਪਰ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਘਿਰਾਓ ਕਰਨ ਦਾ ਮਤਲਬ ਕੋਈ ਉੱਥੇ ਗੜਬੜ ਕਰਨੀ ਹੈ। ਉਹਨਾਂ ਨੇ ਬਾਰ-ਬਾਰ ਕਿਹਾ, ਕਿਸਾਨ ਮੋਰਚਾ, ਸੰਯੁਕਤ ਮੋਰਚਾ ਬਾਰ-ਬਾਰ ਕਹਿ ਰਿਹਾ ਸ਼ਾਂਤੀ, ਡੈਮੋਕ੍ਰੈਟਿਕ ਤਰੀਕੇ ਨਾਲ, ਲੋਕਤੰਤਰੀ ਤਰੀਕੇ ਨਾਲ ਸਭ ਕੁਝ ਕਰਨਾ। ਔਰ ਜਿਹੜੀ ਕਾਰਵਾਈ ਨਹੀਂ ਹੋਈ ਸਿਨਹਾ ਦੇ ਉੱਤੇ, ਜਿਹੜੀ ਕਾਰਵਾਈ ਨਹੀਂ ਹੋਈ, ਜਿਸ ਐਸਡੀਐਮ ਨੇ ਕਿਸ ਤਰ੍ਹਾਂ ਦੀ ਵੀਡੀਓ ਆਪਾਂ ਸਭ ਨੇ ਦੇਖੀ, ਇਸ ਤਰ੍ਹਾਂ ਦੀ ਭਾਸ਼ਾ ਤਾਂ ਕਿਸੇ ਅਫਸਰ ਦੀ ਨਹੀਂ ਹੋ ਸਕਦੀ। ਵੱਡੇ ਜੱਜਾਂ ਤੱਕ ਨੇ, ਹਾਈ ਕੋਰਟ ਦੇ ਨੇ ਜਿਹੜੇ ਰਿਟਾਇਰ ਹੋਏ, ਉਹਨਾਂ ਨੇ ਹੀ ਗੱਲ ਕਹਿਤੀ ਕਿ ਇਹ ਗੱਲ ਗਲਤ ਆ। ਤਾਂ ਇਸ ਕਰਕੇ ਇਹ ਚੀਜ਼ਾਂ ਸੋਚਣ ਦੀ ਲੋੜ ਹੈ, ਔਰ ਚਾਹੀਦਾ ਹੀ ਹੈ ਕਿ ਇਸ ਤਰ੍ਹਾਂ ਦੇ ਮਸਲੇ ਦੇ ਉੱਤੇ ਸਰਕਾਰ ਕੋਈ ਸਹੀ ਰਾਏ ਬਣਾਵੇ। ਇੰਟਰਨੈਟ ਬੰਦ ਕਰਨ ਦੇ ਨਾਲ, ਇਹ ਚੀਜ਼ਾਂ ਬੰਦ ਕਰਨ ਦੇ ਨਾਲ ਕੁਝ ਨਹੀਂ ਹੋਏਗਾ। ਮੁਜ਼ੱਫਰਨਗਰ ਵਾਲੇ ਮਸਲੇ ਤੋਂ ਸਰਕਾਰ ਡਰੀ ਹੋਈ ਹੈ। ਮੁਜ਼ੱਫਰਨਗਰ ਦੀ ਮਹਾਪੰਚਾਇਤ 'ਚ ਉੱਤਰ ਪ੍ਰਦੇਸ਼ ਦੇ ਲੋਕ ਵੀ ਵੱਡੇ ਪੱਧਰ 'ਤੇ ਸੀ, ਹਰਿਆਣੇ ਦੇ ਲੋਕ ਵੀ ਵੱਡੇ ਪੱਧਰ 'ਤੇ ਸੀ, ਪੰਜਾਬ ਦੇ ਵੀ ਸੀ, ਪਰ ਗਿਣਤੀ ਸਭ ਤੋਂ ਜ਼ਿਆਦਾ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਸੀ। ਪੰਜਾਬ ਦੀ ਤੀਜੇ ਨੰਬਰ 'ਤੇ ਹੋਏਗੀ। ਇਸ ਕਰਕੇ ਉਹਨਾਂ ਨੂੰ ਇਹ ਡਰ ਲੱਗਦਾ, ਕਿਉਂਕਿ ਦੋਵੇਂ ਇਲਾਕੇ ਜੇ ਤੁਸੀਂ ਦੇਖੋਗੇ ਨਾਲ ਲੱਗਦੇ ਨੇ। ਉੱਤਰ ਪ੍ਰਦੇਸ਼ ਦੀ ਸਿਆਸਤ ਖਾਸ ਤੌਰ 'ਤੇ ਜਿਹੜੀ ਇਹ ਜਾਟਲੈਂਡ ਆ, ਜੇ ਆਪਾਂ ਕਹਿ ਦਈਏ ਪੱਛਮੀ ਜਿਹੜਾ ਉੱਤਰ ਪ੍ਰਦੇਸ਼ ਆ ਤੇ ਹਰਿਆਣਾ,
ਇਹਦੀ ਸਿਆਸਤ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੀ ਹੈ। ਰਿਸ਼ਤੇਦਾਰੀਆਂ ਨੇ ਬਹੁਤ ਸਾਰੀਆਂ, ਹਰਿਆਣੇ ਦੀਆਂ ਰਿਸ਼ਤੇਦਾਰੀਆਂ ਉੱਤਰ ਪ੍ਰਦੇਸ਼ ਨੇ, ਪੱਛਮੀ ਉੱਤਰ ਪ੍ਰਦੇਸ਼ ਦੀਆਂ ਰਿਸ਼ਤੇਦਾਰੀਆਂ ਹਰਿਆਣਾ 'ਚ ਨੇ। ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਉਹ ਜਿਹੜੀ ਧਰਤੀ ਭੂਗੋਲਿਕ ਤੌਰ 'ਤੇ ਇੱਕ ਦੂਜੇ ਨਾਲ ਜੁੜੀ ਹੋਈ ਆ, ਉਹਦਾ ਅਸਰ ਅਕਸਰ ਹੁੰਦਾ। ਜਿਵੇਂ ਪੰਜਾਬੀ ਬੋਲਦੇ ਇਲਾਕੇ ਨੇ ਜਿਹੜੇ ਹਰਿਆਣਾ ਦੇ, ਉਹਨਾਂ 'ਚ ਪੰਜਾਬ ਦੀ ਸਿਆਸਤ ਦਾ ਅਸਰ ਹੁੰਦਾ। ਜੇ ਆਪਾਂ ਦੇਖੀਏ ਜਿਵੇਂ ਸਿਰਸਾ ਹੈਗਾ, ਡੱਬ ਵਾਲੀ ਹੈ, ਅੰਬਾਲਾ, ਇੱਥੇ ਪੰਜਾਬੀ ਇਲਾਕੇ ਨੇ, ਸਿੱਖ ਪਾਪੂਲੇਸ਼ਨ ਹੈ ਇੱਥੇ, ਉਹਨਾਂ ਮੋਸ਼ੀ ਦਾ ਵੀ ਅਸਰ ਹੁੰਦਾ। ਇਸੇ ਕਰਕੇ ਹਰਿਆਣਾ ਸਰਕਾਰ ਡਰੀ ਹੋਈ ਨੇ ਇਸ ਤਰ੍ਹਾਂ ਦਾ ਫੈਸਲਾ ਲਿਆ, ਜਿਹੜਾ ਕਿ ਲੋਕਤੰਤਰ ਲਈ ਬਿਹਤਰ ਫੈਸਲਾ ਨਹੀਂ ਹੈ। ਜਿਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਪ੍ਰਸ਼ਾਸਨ ਦੇ ਵੱਲੋਂ, ਕੀ ਲੱਗਦਾ ਕਿ ਇਦਾਂ ਅੰਦੋਲਨਾਂ ਨੂੰ ਰੋਕਿਆ ਜਾ ਸਕਦਾ ਹੈ ਜਾਂ ਸਰਕਾਰਾਂ ਨੂੰ ਹੋਰ ਤਰੀਕੇ ਲੱਭਣੇ? ਦੇਖੋ, ਇਹ ਤਾਂ ਤੁਸੀਂ ਐਂ ਦੱਸੋ ਕਿ ਯੂਪੀਏ ਦੀ ਸਰਕਾਰ ਸੀ, ਅੰਨਾ ਅੰਦੋਲਨ ਹੋ ਰਿਹਾ ਸੀ, ਉਹਨੂੰ ਆਰਐਸਐਸ ਵੀ ਸਪੋਰਟ ਕਰ ਰਹੀ ਸੀ, ਬੀਜੇਪੀ ਵੀ ਸਪੋਰਟ ਕਰ ਰਹੀ ਸੀ, ਥੋੜ੍ਹਾ ਜ਼ੋਰ ਲਾਇਆ। ਰਾਮਦੇਵ ਦੇ ਬਾਰੇ ਕਿਸੇ ਦੀ ਕੋਈ ਮਰਜ਼ੀ ਰਾਏ ਹੋ ਸਕਦੀ ਹੈ, ਰਾਮਦੇਵ ਵੀ ਅੰਦੋਲਨ ਕਰ ਰਹੇ ਸੀ, ਉਹਨਾਂ ਨੂੰ ਵੀ ਅੰਦੋਲਨ ਕਰਨ ਦਾ ਹੱਕ ਹੈਗਾ। ਅੰਨਾ ਹਜ਼ਾਰੇ ਨੂੰ ਵੀ ਹੱਕ ਆ। ਵੱਖਰੀ ਗੱਲ, ਅੰਨਾ ਹਜ਼ਾਰੇ ਨੇ ਕਾਂਗਰਸ ਖਿਲਾਫ ਹੀ ਕੀਤਾ, ਬੀਜੇਪੀ ਖਿਲਾਫ ਨਹੀਂ ਕੀਤਾ। ਇਹ ਵੀ ਗਲਤ ਗੱਲ ਆ। ਜੇ ਤੁਸੀਂ ਵਾਕਈ ਸੱਤਾਗ੍ਰਹੀ ਹੋ ਤਾਂ ਫਿਰ ਤੁਹਾਨੂੰ ਸਭ ਖਿਲਾਫ ਬੋਲਣਾ ਚਾਹੀਦਾ, ਇਹ ਨਹੀਂ ਗਾ ਕਿ ਇੱਕ ਖਿਲਾਫ ਬੋਲੋ। ਇਸ ਕਰਕੇ ਉਦੋਂ ਵੀ ਪ੍ਰੋਟੈਸਟ ਹੋਏ ਨੇ। ਐਮਰਜੈਂਸੀ ਦੇ ਅੰਦਰ ਬੀਜੇਪੀ ਪ੍ਰੋਟੈਸਟ ਕਰਦੀ ਰਹੀ ਹੈਗੀ, ਕਾਂਗਰਸ ਨੇ ਧੱਕਾ ਕੀਤਾ। ਉਦੋਂ ਇੰਦਰਾ ਗਾਂਧੀ ਨੇ ਸਰੇਆਮ ਧੱਕਾ ਕੀਤਾ, ਉਸ ਧੱਕੇ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ, ਸੰਘ ਨੇ ਵੀ ਕੀਤੀ, ਔਰ ਜਨਸੰਘ ਉਦੋਂ ਹੁੰਦਾ ਸੀ, ਬੀਜੇਪੀ ਤਾਂ ਬਾਅਦ 'ਚ ਬਣੀਆਂ, ਜਨਸੰਘ ਨੇ ਵੀ ਕੀਤੀ, ਬਾਕੀ ਪਾਰਟੀਆਂ ਨੇ ਵੀ ਕੀਤੀ। ਤਾਂ ਉਹ ਠੀਕ ਹੈਗਾ, ਹੋਣੀ ਚਾਹੀਦਾ ਲੋਕਤੰਤਰ ਦੇ ਅੰਦਰ। ਇੰਦਰਾ ਨੇ ਜੋ ਧੱਕਾ ਕੀਤਾ, ਇਸ ਕਰਕੇ ਇਹ ਕਦੇ ਜਿਹੜੀ ਇਸ ਤਰ੍ਹਾਂ ਦਾ ਤਰੀਕਾ ਅਪਣਾਇਆ ਜਾਣਾ ਸਰਕਾਰਾਂ ਵੱਲੋਂ, ਇਹ ਬਿਲਕੁਲ ਗਲਤ ਤਰੀਕਾ ਹੈਗਾ। ਕਦੇ ਆ ਰੋਕਿਆ ਨਹੀਂ ਜਾ ਸਕਦਾ। ਵਹਿਮ ਹੁੰਦੇ ਨੇ। ਇਹ ਵਹਿਮ ਇੰਦਰਾ ਗਾਂਧੀ ਨੂੰ ਵੀ ਸੀਗਾ, ਇਹ ਵਹਿਮ ਦੁਨੀਆ ਦੇ ਬਹੁਤ ਸਾਰੇ ਤਾਨਾਸ਼ਾਹਾਂ ਨੂੰ ਰਿਹਾ ਗਾ ਕਿ ਸ਼ਾਇਦ ਐਂ ਹੋਏਗਾ ਤਾਂ ਅਸੀਂ ਐਂ ਦੱਬ ਲਾਂਗੇ, ਪਰ ਨਹੀਂ ਦੱਬਿਆ ਜਾਂਦਾ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਦੇ ਬਾਰੇ ਸਰਕਾਰਾਂ ਨੂੰ ਇੱਕ ਵੱਡੀ ਅੰਡਰਸਟੈਂਡਿੰਗ ਬਣਾਉਣ ਦੀ ਲੋੜ ਆ, ਵੱਡਾ ਦਿਲ ਕਰਨ ਦੀ ਲੋੜ ਆ। ਪ੍ਰੋਟੈਸਟ ਕਰਨ ਦਾ ਹੱਕ ਸੰਵਿਧਾਨ ਦਿੰਦਾ, ਪ੍ਰੋਟੈਸਟ ਕਰਨ ਦਾ ਰਾਈਟ ਸਾਡਾ ਲੋਕਤੰਤਰ ਦਿੰਦਾ। ਲੋਕਤੰਤਰ ਦੇ ਅੰਦਰ ਲੋਕਤੰਤਰੀ ਤਰੀਕੇ ਨਾਲ, ਤਰੀਕਾ ਉਹ ਵਾਰ-ਵਾਰ ਕਹਿ ਰਿਹਾ ਸਾਡਾ ਲੋਕਤੰਤਰੀ ਹੈ। ਇਸ ਕਰਕੇ ਇਹ ਤੋਂ ਡਰ ਜਾਣਾ, ਘਬਰਾ ਜਾਣਾ, ਅਜੇ ਤਾਂ ਇਲੈਕਸ਼ਨਾਂ ਵੀ ਨਹੀਂ ਹੈਗੀਆਂ ਹਰਿਆਣੇ 'ਚ ਤਾਂ। ਔਰ ਤੁਹਾਨੂੰ ਕਿੱਡੀ ਗੱਲ ਆ, ਜਦੋਂ ਐਸਡੀਐਮ ਨੇ ਗਲਤੀ ਕੀਤੀ ਹੈ ਤਾਂ ਐਸਡੀਐਮ ਨੂੰ ਤੁਸੀਂ ਬਦਲ ਦਿਓ, ਟਰਾਂਸਫਰ ਹੀ ਕੀਤਾ, ਉਹਨੂੰ ਬਰਖਾਸਤ ਕੀਤਾ ਜਾ ਸਕਦਾ। ਜਦੋਂ ਗਲਤੀ ਕੀਤੀ ਹੈ ਤਾਂ ਗਲਤੀ ਉਹਦੀ ਮੰਨ ਵੀ ਰਹੇ ਨੇ। ਬਹੁਤ ਸਾਰੇ ਹਰਿਆਣੇ ਦੇ ਕੁਝ ਲੀਡਰਾਂ ਨੇ ਸਟੇਟਮੈਂਟਾਂ ਦਿੱਤੀਆਂ ਨੇ ਕਿ ਇਹ ਠੀਕ ਨਹੀਂ ਆ, ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ, ਕਿਉਂਕਿ ਲੋਕਾਂ 'ਚ ਰੋਸ ਆ। ਲੀਡਰ ਨੇ, ਅਫਸਰ ਤਾਂ ਹੋਰ ਤਰ੍ਹਾਂ ਦੀ ਗੱਲ ਕਰਦੇ ਆ, ਲੀਡਰਾਂ ਦੀ ਗੱਲ ਸੁਣੋ। ਅਕਸਰ ਤੁਸੀਂ ਲੋਕਤੰਤਰ ਦੇ ਅੰਦਰ ਅਸਲ ਆਵਾਜ਼ ਲੀਡਰ ਹੁੰਦੇ ਨੇ। ਲੀਡਰਾਂ ਦੀ ਜਦੋਂ ਗੱਲ ਸੁਣੋਗੇ, ਲੀਡਰਾਂ ਨੇ, ਬੀਜੇਪੀ ਦੇ ਲੀਡਰਾਂ ਨੇ ਕਿਹਾ ਕਿ ਉਹਨੇ ਗਲਤ ਕੀਤਾ ਗਾ, ਜੇਜੇਪੀ ਦੇ ਤਾਂ ਇੱਕ ਅਸਤੀਫਾ ਹੀ ਦੇ ਗਏ। ਇਦੋਂ ਵੱਡਾ ਤਾਂ ਸੁਨੇਹਾ ਕੋਈ ਹੋ ਨਹੀਂ ਸਕਦਾ। ਤਾਂ ਕੋਈ ਬਾਹਰੋਂ ਤੁਹਾਡਾ ਵਿਰੋਧੀ ਨਹੀਂ ਕਹਿ ਰਿਹਾ, ਤੁਹਾਡੇ ਆਪਣੇ ਲੋਕਾਂ ਨੇ ਇਹ ਗੱਲ ਕਹੀ ਹੈਗੀ। ਇਸ ਕਰਕੇ ਇਹ ਗੱਲ ਦਾ ਵਹਿਮ ਪਾਲਣਾ ਕਿ ਜੀ ਧਾਰਾ 144 ਲਾ ਕੇ, ਇੰਟਰਨੈਟ ਬੰਦ ਕਰਕੇ, ਜ਼ਬਾਨਬੰਦੀ ਕਰਕੇ ਚੀਜ਼ਾਂ ਰੋਕ ਲਾਂਗੇ, ਨਹੀਂ ਰੁਕਣੀਆਂ ਚੀਜ਼ਾਂ। ਜ਼ਬਾਨਬੰਦੀ ਦੇ ਨਾਲ ਕਦੇ ਮੁਲਕ ਨਹੀਂ ਚੱਲਦੇ ਹੁੰਦੇ। ਜਿੱਥੇ ਜ਼ਬਾਨ ਜਿੰਨੀ ਖੁੱਲ੍ਹੀ ਹੋਏਗੀ, ਉਨਾ ਹੀ ਵਧੀਆ ਮੁਲਕ ਉਹਨੂੰ ਮੰਨਿਆ ਜਾਂਦਾ ਹੈ। ਇਸ ਕਰਕੇ ਜਿਹੜਾ ਖੱਟਰ ਸਰਕਾਰ ਦਾ ਫੈਸਲਾ, ਇਹਦਾ ਵਿਰੋਧ ਅਸੀਂ ਦੇਖ ਰਹੇ ਹਾਂ ਔਰ ਰੁਕਣੇ ਨਹੀਂ ਹੈਗਾ। ਇੱਕ ਕਿਸਾਨ, ਸੰਯੁਕਤ ਕਿਸਾਨ ਮੋਰਚਾ, ਜਿਹਨੂੰ ਹੁਣ ਦੇਸ਼ ਦੇ ਹਰ ਹਿੱਸੇ 'ਚੋਂ ਲੋਕ ਅਪਰੋਚ ਕਰਨ ਲੱਗੇ। ਕੱਲ੍ਹ ਜੋਗਿੰਦਰ ਯਾਦਵ ਹੋਰੀ ਮੈਨੂੰ ਦੱਸ ਰਹੇ ਸੀ, ਰਾਜੇਵਾਲ ਹੋਰੀ ਦੱਸ ਰਹੇ ਸੀ ਕਿ ਪੂਰੇ ਦੇਸ਼ 'ਚੋਂ ਸਾਨੂੰ ਲੋਕ ਅਪਰੋਚ ਕਰ ਰਹੇ ਨੇ। ਸੇਬਾਂ ਦਾ ਮਸਲਾ ਅਡਾਨੀ ਦੇ ਨਾਲ ਜਿਹੜਾ ਚੱਲ ਰਿਹਾ ਹਿਮਾਚਲ 'ਚ, ਉਹ ਕਰ ਰਹੇ ਨੇ। ਕਸ਼ਮੀਰ ਤੱਕ ਦੇ ਸੁਨੇਹੇ ਆ ਗਏ ਨੇ। ਸੰਯੁਕਤ ਕਿਸਾਨ ਮੋਰਚਾ ਇੱਕ ਇਸ ਤਰ੍ਹਾਂ ਦੀ ਬਾਡੀ ਬਣ ਗਿਆ ਜਿੱਥੇ ਫੇਥ ਹੋ ਗਿਆ ਕਿਸਾਨਾਂ ਨੂੰ। ਜਿਹੜੇ ਲੋਕਾਂ ਦੇ ਨਾਲ ਧੱਕਾ ਹੁੰਦਾ, ਉਹਨਾਂ ਨੂੰ ਲੱਗਦਾ ਕਿ ਸਾਡਾ ਇਨਸਾਫ ਇਹ ਦੇਣਗੇ, ਸਾਡੇ ਲਈ ਇਹ ਲੜਨਗੇ। ਇਸ ਕਰਕੇ ਇਹ ਗੱਲ ਨੂੰ ਰੋਕਣਾ, ਜਿਹੜੀ ਪੈਨ ਇੰਡੀਆ ਹੋਵੇ, ਜਿਹਦੀ ਪਛਾਣ ਹੈ ਬਣ ਚੁੱਕੀ ਹੋਵੇ। ਇੱਕ ਪਾਸੇ ਤੁਸੀਂ ਕਹਿੰਦੇ ਹੋ ਹਰਿਆਣੇ ਦੇ ਕਿਸਾਨ ਨਹੀਂ ਹੈ, ਕਿੰਨਾ ਕੰਟਰਾਡਿਕਟਰੀ ਗੱਲ ਆ। ਬਿਆਨ ਆ ਖੱਟਰ ਦਾ ਕਿ ਹਰਿਆਣੇ ਦੇ ਕਿਸਾਨ ਇਸ ਅੰਦੋਲਨ 'ਚ ਨਹੀਂ ਆ। ਪ੍ਰੈਸ ਕਲੱਬ 'ਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਮੀਡੀਆ ਨੂੰ ਕਿਹਾ ਕਿ ਪੰਜਾਬ ਵਾਲੇ ਨੇ, ਮੁੱਖ ਮੰਤਰੀ ਸਾਜ਼ਿਸ਼ ਕਰਾ ਰਹੇ ਨੇ, ਪੰਜਾਬ ਸਾਜ਼ਿਸ਼ ਕਰਾ ਰਿਹਾ। ਹਰਿਆਣੇ ਦੇ ਕਿਸਾਨ ਤਾਂ ਹੈ ਹੀ ਨਹੀਂ, ਮੇਰੇ ਕਿਸਾਨ ਨਾ ਟਿਕਰੀ ਨਾ ਸਿੰਘੂ ਨੇ। ਹੁਣ ਤੁਹਾਡੇ ਹੀ ਕਿਸਾਨ ਕਰ ਰਹੇ ਨੇ, ਬਾਹਰੋਂ ਆ ਕੇ ਤਾਂ ਕੋਈ ਕਰੇਗਾ ਨਹੀਂ। ਕਰਨਾਲ ਦੇ ਅੰਦਰ ਹਰਿਆਣੇ ਦੇ ਕਿਸਾਨ ਹੀ ਪ੍ਰੋਟੈਸਟ ਕਰਨਗੇ ਅਤੇ ਤੁਸੀਂ ਉਹਨਾਂ ਨੂੰ ਪ੍ਰੋਟੈਸਟ ਨਹੀਂ ਕਰਨ ਦੇ ਰਹੇ, ਪ੍ਰੋਟੈਸਟ ਕਰਨ ਦਾ ਹੱਕ ਖੋਹ ਰਹੇ ਹੋ। ਇਹ ਲੋਕਤੰਤਰ 'ਤੇ ਸਭ ਤੋਂ ਵੱਡਾ ਹਮਲਾ। ਸ਼ਾਂਤਮਈ ਤਰੀਕੇ ਨਾਲ ਉਹ ਪ੍ਰੋਟੈਸਟ ਕਰ ਰਹੇ ਨੇ। ਉਹਨਾਂ ਦਾ ਕਹਿਣਾ ਕਿ ਅਸੀਂ ਬਿਲਕੁਲ ਸ਼ਾਂਤਮਈ ਰਹਾਂਗੇ ਔਰ ਪੂਰਾ ਆਰਗੇਨਾਈਜ਼ਡ ਹੋ ਕੇ ਕਰਾਂਗੇ। ਇਸ ਕਰਕੇ ਸਰਕਾਰ ਨੂੰ ਚਾਹੀਦਾ ਇਹ ਪ੍ਰੋਟੈਸਟ ਕਰਨ ਦੇਵੇ, ਨਾ ਕਿ ਇਸ ਤਰ੍ਹਾਂ ਦੀ ਜਦੋਂ ਤੁਸੀਂ ਲਾਉਂਦੇ ਹੋ ਨਾ ਧਾਰਾ 144 ਜਾਂ ਇੰਟਰਨੈਟ ਬੰਦ ਕਰ ਦਿਓ। ਪੂਰੀ ਦੁਨੀਆ 'ਚ ਇੱਕ ਸੁਨੇਹਾ ਜਾਂਦਾ ਇਹਦਾ। ਪੂਰੀ ਦੁਨੀਆ ਕੀ ਹੈਗੀ, ਦੁਨੀਆ ਦੇ ਮੁਲਕ ਕੀ ਦੇਖਦੇ ਹੈਗੇ ਕਿ ਮੁਲਕ ਸ਼ਾਂਤ ਆ, ਠੀਕ ਆ, ਵਧੀਆ, ਬਿਹਤਰ ਹੈ। ਇੱਥੇ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਹੈ, ਪ੍ਰੋਟੈਸਟ ਕਰਨ ਦੀ ਆਜ਼ਾਦੀ ਹੈ। ਜਦੋਂ ਦੇਖਦੇ ਆ ਕਿ ਇੱਥੇ ਤਾਂ ਕੁਛ ਹੋ ਰਿਹਾ ਹੈਗਾ, ਕਿ ਇਹ ਖਬਰਾਂ ਨਹੀਂ ਬਾਹਰ ਜਾਣਗੀਆਂ ਕਿ ਹਰਿਆਣੇ ਵਰਗੇ ਸੂਬੇ, ਜਿਹੜਾ ਬਿਲਕੁਲ ਸ਼ਾਂਤਮਈ ਸੂਬੇ 'ਚੋਂ ਨੈਸ਼ਨਲ ਹਾਈਵੇ ਨਿਕਲਦਾ ਹੋਵੇ, ਉੱਥੇ ਤੁਸੀਂ ਜਿਹੜਾ ਰਾਜਧਾਨੀ ਨੂੰ ਜਾਣ ਵਾਲਾ ਰਸਤਾ ਹੋਵੇ, ਉੱਥੇ ਤੁਸੀਂ ਇੰਟਰਨੈਟ ਬੰਦ ਕਰਤਾ, ਉੱਥੇ ਧਾਰਾ 144 ਲਾਤੀ। ਇਸ ਕਰਕੇ ਇਹ ਗੱਲ ਕਦੇ ਵੀ ਭਾਰਤ ਲਈ, ਦੇਸ਼ ਲਈ, ਮੁਲਕ ਲਈ, ਸਮਾਜ ਲਈ ਬਿਹਤਰ ਨਹੀਂ ਆ।
ਯਾਦਵਿੰਦਰ ਜੀ, ਜੋ ਮੁਜ਼ੱਫਰਨਗਰ ਦੀ ਰੈਲੀ ਹੋਈ ਹੈ ਕਿਸਾਨਾਂ ਦੇ, ਕੀ ਉਹਦਾ ਉੱਤਰ ਪ੍ਰਦੇਸ਼ ਦੀ ਸਿਆਸਤ ਤੇ ਅਸਰ ਪੈਂਦਾ ਨਜ਼ਰ ਆ ਰਿਹਾ, ਜੋ ਹਰਿਆਣਾ ਸਰਕਾਰ ਵੀ ਘਬਰਾ ਰਹੀ ਹੈ? ਦੇਖੋ, ਉੱਤਰ ਪ੍ਰਦੇਸ਼ ਦੇ ਅੰਦਰ ਇੱਕ ਤਾਂ ਪੱਛਮੀ ਉੱਤਰ ਪ੍ਰਦੇਸ਼ ਤਾਂ ਪੱਕਾ ਹੀ, ਕੱਲ੍ਹ ਅਸੀਂ ਦੇਖ ਕੇ ਆਏ ਹਾਂ ਖੁਦ। ਪੱਛਮੀ ਉੱਤਰ ਪ੍ਰਦੇਸ਼ ਦੇ ਅੰਦਰ 3-4 ਇਸ਼ੂ ਸੀ ਉੱਥੇ। ਇੱਕ ਇਸ਼ੂ ਤਾਂ ਜਿਹੜਾ ਹਿੰਦੂ ਮੁਸਲਿਮ ਇਸ਼ੂ ਉੱਥੇ ਬਣਿਆ ਹੋਇਆ ਸੀਗਾ, ਉਸ ਨੂੰ ਇੱਕ ਤਰ੍ਹਾਂ ਫਲਸ਼ ਆਊਟ ਇਸ ਇਸ਼ੂ ਨੇ ਪੂਰੇ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਰਾਹਤ ਦਿੱਤੀ ਹੈਗੀ। ਅਸੀਂ ਦੇਖ ਰਹੇ ਸੀ ਹਿੰਦੂ ਭਰਾ ਮੁਸਲਮਾਨ ਭਰਾ ਇਕੱਠੇ ਹੋ ਕੇ ਪਿਆਰ ਨਾਲ ਸ਼ਾਂਤੀ ਨਾਲ ਸਟੇਜ ਤੋਂ ਇਹ ਕਿਹਾ ਗਿਆ ਕਿ ਭਾਈ ਉਰੇ ਜੈ ਸ਼੍ਰੀ ਰਾਮ ਦਾ ਵੀ ਨਾਅਰਾ ਲੱਗੂ ਤੇ ਉਰੇ ਸ਼੍ਰੀ ਕ੍ਰਿਸ਼ਨ ਵੀ ਕਿਹਾ ਜਾਊਗਾ ਔਰ ਇੱਥੇ ਅੱਲਾਹੂ ਅਕਬਰ ਵੀ ਕਿਹਾ ਜਾਊਗਾ, ਇੱਥੇ ਬੋਲੇ ਸੋਨੇ ਹਾਲ ਵੀ ਕਿਹਾ ਜਾਊਗਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਕਹੀ ਜਾਏਗੀ। ਇਹ ਸੁਨੇਹਾ ਉਸ ਸਟੇਜ ਤੋਂ ਦਿੱਤਾ ਕਿ ਅਸੀਂ ਇੱਥੇ ਉਹ ਨਹੀਂ ਕਰਨ ਦੇਵਾਂਗੇ। ਇੱਕ ਤਾਂ ਉਸ ਸਿਆਸਤ ਦੇ ਉੱਤੇ ਜਿਹੜੀ ਪੋਲਰਾਈਜੇਸ਼ਨ ਦੀ ਸਿਆਸਤ ਹੁੰਦੀ ਹੈ ਉਹਦੇ ਤੇ ਜਦੋਂ ਸੱਟ ਵੱਜੀ ਆ ਤਾਂ ਕਿਤੇ ਨਾ ਕਿਤੇ ਪੱਛਮੀ ਉੱਤਰ ਪ੍ਰਦੇਸ਼ ਦੀ ਸਿਆਸਤ ਬਦਲਦੀ ਨਜ਼ਰ ਆਏਗੀ, ਕਿਉਂਕਿ ਮੁਰਾਦਾਬਾਦ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਲਗਾਤਾਰ ਦੰਗੇ ਹੁੰਦੇ ਰਹੇ ਨੇ ਹਿੰਦੂ ਮੁਸਲਿਮ। ਫੈਕਟ ਹੈਗਾ ਇਹ, ਹਾਸ਼ਮਪੁਰਾ ਫੈਕਟ ਆ ਇਹ ਕਿ ਉੱਥੇ ਹਿੰਦੂ ਮੁਸਲਿਮ ਦੰਗੇ ਹੁੰਦੇ ਰਹੇ ਨੇ। ਦੂਸਰੀ ਜਿਹੜੀ ਚੀਜ਼ ਹੈਗੀ, ਉੱਥੋਂ ਦੀ ਸਿਆਸਤ 'ਚ ਗੰਨੇ ਦਾ ਇਸ਼ੂ ਬਹੁਤ ਵੱਡਾ ਇਸ਼ੂ ਆ। ਕੱਲ੍ਹ ਜਦੋਂ ਵਾਰ-ਵਾਰ ਸਾਡੇ ਲੀਡਰਾਂ ਨੇ ਕਿਹਾ ਕਿ ਅਸੀਂ ਤਾਂ 360 ਰੁਪਇਆ ਰੇਟ ਲੈ ਲਿਆ ਗੰਨੇ ਦਾ, ਸਾਡੇ ਇੱਥੇ ਵਧਾਤਾ ਰੇਟ, ਸਾਡੇ ਲੀਡਰਾਂ ਨੇ ਵਾਰ-ਵਾਰ ਸਟੇਜ ਤੋਂ ਕਿਹਾ ਗੰਨੇ ਦਾ ਰੇਟ 360 ਰੁਪਏ ਹੋ ਗਿਆ। ਉਸ ਗੱਲ ਨੇ ਵੀ ਇੱਕ ਸੁਨੇਹਾ ਦਿੱਤਾ ਗਾ, ਉਹ ਗੱਲ ਵੀ ਉੱਥੇ ਸੁਨੇਹਾ ਗਈ, ਉੱਥੇ ਲੜਾਈ ਵਧੇਗੀ ਹੁਣ ਗੰਨੇ ਵਾਲੇ ਮਸਲੇ ਦੇ ਉੱਤੇ, ਇਲੈਕਸ਼ਨਾਂ ਨੇੜੇ ਨੇ। ਤੇ ਤੀਜੀ ਗੱਲ, ਜਿਹੜਾ ਉੱਥੇ ਕੱਲ੍ਹ 3 ਨਾਅਰੇ ਦਿੱਤੇ ਗਏ ਨੇ ਕਿ ਬੀਜੇਪੀ ਨੂੰ ਹਰਾਓ, ਅਡਾਨੀ ਬਾਨੀ ਦਾ ਵਿਰੋਧ ਕਰੋ, ਟੋਲ ਪਲਾਜ਼ਿਆਂ ਨੂੰ ਖੋਲ੍ਹੋ। ਯਾਨੀ ਟੋਲ ਪਲਾਜ਼ੇ ਜਿਵੇਂ ਪੰਜਾਬ 'ਚ ਨੇ ਹੁਣ, ਇਹਨਾਂ ਨੂੰ ਬੰਦ ਉਹ ਨਹੀਂ ਕਰ ਸਕਦੇ, ਟੋਲ ਪਲਾਜ਼ੇ ਬੰਦ ਕਰ ਦਿਓ, ਇੱਕ ਤਰ੍ਹਾਂ ਟੋਲ ਪਲਾਜ਼ੇ ਕਿਸਾਨਾਂ ਲਈ ਖੋਲ੍ਹ ਦਿਓ। ਇਹ 3 ਚੀਜ਼ਾਂ ਯੂਪੀ ਦੀ ਸਿਆਸਤ ਨੂੰ ਪ੍ਰਭਾਵਿਤ ਕਰਨਗੀਆਂ। ਕਿਸਾਨ ਅੰਦੋਲਨ ਦੀ ਗੱਲ ਉੱਥੇ ਪੂਰੇ ਯੂਪੀ ਚਲੀ ਗਈ ਹੈ, ਨਾਲ ਲੱਗਦਾ ਹਰਿਆਣਾ। ਉਹਨਾਂ ਨੂੰ ਸਭ ਪਤਾ ਕਿ ਇਹਦਾ ਅਸਰ ਫਿਰ ਹਰਿਆਣਾ ਹੀ ਨਹੀਂ, ਆਲੇ ਦੁਆਲੇ ਦੇ ਸੂਬਿਆਂ ਦੇ ਉੱਤੇ ਪਏਗਾ, ਉੱਤਰ ਪ੍ਰਦੇਸ਼ ਦੇ ਨਾਲ ਲੱਗਣ ਵਾਲੇ ਸਾਰੇ ਸੂਬਿਆਂ ਦੇ ਉੱਤੇ। ਜਿੱਥੇ ਜਿੱਥੇ ਬੀਜੇਪੀ ਹੈ ਫਿਰ ਉੱਥੇ ਆਪਣੀ ਪਲੈਨਿੰਗ ਨੇ। ਇਸੇ ਕਰਕੇ ਹਰਿਆਣੇ ਦੇ ਅੰਦਰ ਇਹ ਇਸੇ ਕਰਕੇ ਯੋਗੀ ਸਰਕਾਰ, ਤੁਸੀਂ ਦੇਖੋ ਗੰਨਾ ਕਿਸਾਨਾਂ ਦਾ ਇਸ਼ੂ ਬਹੁਤ ਵੱਡਾ ਇਸ਼ੂ ਆ, ਬਹੁਤ ਵੱਡੇ ਪੱਧਰ ਤੇ ਗੰਨਾ ਕਿਸਾਨ ਨੇ ਉੱਥੇ, ਉਹਨਾਂ ਨੂੰ ਪੇਮੈਂਟ ਨਹੀਂ ਮਿਲਦੀ, ਉਹਨਾਂ ਨੂੰ ਰੇਟ ਠੀਕ ਨਹੀਂ ਮਿਲਦਾ। ਉਹ ਇਸ਼ੂ ਸਾਰੇ ਡਿਸਕਸ ਹੋਏ ਨੇ ਕੱਲ੍ਹ। ਇੱਕ ਏਕਤਾ ਦਾ ਸੁਨੇਹਾ ਗਿਆ ਹੈਗਾ, ਉਹ ਜਿਹੜੀ ਏਕਤਾ ਪੂਰੇ ਦੇਸ਼ ਦੇ ਅੰਦਰ ਉਹ ਕਰ ਰਹੀ ਹੈ, ਦੇਸ਼ ਨੂੰ ਬਦਲ ਰਹੀ ਹੈ। ਇਸੇ ਕਰਕੇ ਇਹ ਸੁਨੇਹੇ ਉੱਥੇ ਜਾ ਰਹੇ ਨੇ। ਜੇਕਰ ਆਪਾਂ ਪ੍ਰੋਟੈਸਟ ਦੀ ਗੱਲ ਕਰੀਏ ਤਾਂ ਪ੍ਰੋਟੈਸਟ ਕਰਨਾ, ਸ਼ਾਂਤਮਈ ਪ੍ਰੋਟੈਸਟ ਕਰਨਾ ਮਨੁੱਖਾਂ ਦਾ ਅਧਿਕਾਰ ਹੁੰਦਾ ਹੈਗਾ, ਪਰ ਜਿਸ ਤਰ੍ਹਾਂ ਦੀਆਂ ਪਾਬੰਦੀਆਂ ਮੜੀਆਂ ਜਾ ਰਹੀਆਂ ਨੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ, ਇਦਾਂ ਦੀਆਂ ਸਰਕਾਰਾਂ ਨੂੰ ਵਿਸ਼ਵ ਪੱਧਰ ਤੇ ਕਿਵੇਂ ਦੇਖਿਆ ਜਾਂਦਾ? ਦੇਖੋ, ਇੰਟਰਨੈਸ਼ਨਲੀ ਤਾਂ ਇਹ ਮੰਨਿਆ ਜਾਂਦਾ ਇੱਕ ਪੈਮਾਨਾ, ਕਿਹੜੀ ਸਰਕਾਰ ਸਭ ਤੋਂ ਬਿਹਤਰ, ਜਿਹੜੀ ਸਰਕਾਰ ਬੋਲਣ ਦੀ ਆਜ਼ਾਦੀ ਦਿੰਦੀ ਹੈ, ਜਿਹੜੀ ਸਰਕਾਰ ਸ਼ਹਿਰੀ ਦੀ ਸੁਰੱਖਿਆ ਕਰਦੀ ਹੈ, ਜਿਹੜੀ ਸਰਕਾਰ ਨਿੱਕੇ ਨਿੱਕੇ ਇਸ਼ੂਆਂ ਤੇ ਪਾਬੰਦੀਆਂ ਨਹੀਂ ਲਾਉਂਦੀ। ਇੱਕ ਪੈਮਾਨਾ ਇੰਟਰਨੈਸ਼ਨਲੀ ਮੁਲਕਾਂ ਦੇ ਜਿਹੜੇ ਆਪਾਂ ਬਿਹਤਰ ਮੁਲਕ ਮੰਨਦੇ ਹਾਂ, ਦੁਨੀਆ ਦੇ ਸਭ ਤੋਂ ਬਿਹਤਰ ਮੁਲਕ, ਉੱਥੇ ਇਸ ਗੱਲ ਦਾ ਪੂਰਾ ਰਾਈਟ ਹੁੰਦਾ ਕਿ ਕੋਈ ਵੀ ਆਪਣੀ ਗੱਲ ਕਹਿ ਸਕਦਾ ਤੇ ਬਿਹਤਰ ਤਰੀਕੇ ਨਾਲ ਕਹੇ, ਵਧੀਆ ਤਰੀਕੇ ਨਾਲ ਕਹੇ, ਡੈਮੋਕ੍ਰੈਟਿਕ ਤਰੀਕੇ ਨਾਲ ਕਹੇ, ਸ਼ਾਂਤਮਈ ਤਰੀਕੇ ਨਾਲ ਕਹੇ। ਤੇ ਹੁੰਦਾਗਾ, ਆਪਾਂ ਅਮਰੀਕਾ 'ਚ ਦੇਖਿਆਗਾ, ਉੱਥੇ ਤਾਂ ਏਡੇ ਏਡੇ ਪ੍ਰੋਟੈਸਟ, ਬਲੈਕ ਦਾ ਪ੍ਰੋਟੈਸਟ ਦੇਖਿਆ ਨਹੀਂ ਤੁਸੀਂ ਕਿੰਨਾ ਵੱਡਾ ਹੋਇਆ, ਕਿੰਨਾ ਕੁਛ ਹੋਇਆ। ਫਿਰ ਵੀ ਕਿਸੇ ਨੂੰ ਇਹ ਤਾਂ ਨਹੀਂ ਕਿਹਾ ਜਾ ਕਿ ਤੁਸੀਂ ਬੋਲ ਨਹੀਂ ਸਕਦੇ, ਤੁਸੀਂ ਗੱਲ ਨਹੀਂ ਕਹਿ ਸਕਦੇ। ਵਾਇਲੈਂਸ ਉੱਥੇ ਵੀ ਹੋ ਗਿਆ ਸੀਗਾ। ਵਾਇਲੈਂਸ ਨਹੀਂ ਹੋਣਾ ਚਾਹੀਦਾ, ਅਸੀਂ ਕੋਈ ਉਹ ਨਹੀਂ ਕਰਦੇ ਕਿ ਅਮਰੀਕਾ 'ਚ ਹੋਣਾ ਚਾਹੀਦਾ, ਇੱਥੇ ਹੋਣਾ ਚਾਹੀਦਾ, ਪਰ ਫਿਰ ਵੀ ਹੋ ਜਾਂਦਾ। ਉਹਦੇ ਬਾਵਜੂਦ ਵੀ ਉਹਨਾਂ ਮੁਲਕਾਂ ਨੇ ਇੰਟਰਨੈਟ ਥੋੜ੍ਹੀ ਬੰਦ ਕਰਤਾ, ਉਹਨਾਂ ਮੁਲਕਾਂ ਨੇ ਆਜ਼ਾਦੀ ਥੋੜ੍ਹੀ ਖੋਲ੍ਹੀ। ਇਸ ਕਰਕੇ ਤੁਹਾਡੇ ਮੁਲਕ ਨੂੰ ਬਿਹਤਰ ਦੁਨੀਆ ਦੇ ਰੈਂਕਿੰਗ ਜੀ ਤੁਸੀਂ ਇੰਨਾ ਜ਼ੋਰ ਲਾਉਂਦੇ ਹੋ, PR ਕਰਦੇ ਹੋ, ਇੰਟਰਨੈਸ਼ਨਲੀ ਇੰਨਾ ਕੁਛ ਕਰਦੇ ਹੋ ਤੁਸੀਂ, ਉਹ 'ਚ ਕਿ ਜੇ ਦੇਸ਼ 'ਚੋਂ ਹੀ ਇੱਕ ਬਿਹਤਰ ਸੁਨੇਹਾ ਜਾਵੇ ਤਾਂ ਦੁਨੀਆ 'ਚ ਵੀ ਜਾਏਗਾ। ਉਹ ਤੁਸੀਂ PR ਕਰੀ ਜਾਂਦੇ ਹੋ, ਪੈਸੇ ਖਰਚ ਕਰੀ ਜਾਂਦੇ ਹੋ, ਦੁਨੀਆ ਸੁਨੇਹਾ ਇਹ ਜਾ ਰਿਹਾ ਕਿ ਨਿੱਕੀ ਜਿਹੀ ਗੱਲ ਦੇ ਉੱਤੇ ਕਰਨਾਲ 'ਚ ਇੱਕ ਰੈਲੀ ਹੋ ਰਹੀ ਹੈ, ਉਹ ਰੈਲੀ ਦੇ ਉੱਤੇ ਤੁਸੀਂ ਇੰਟਰਨੈਟ ਬੰਦ ਕਰ ਰਹੇ ਹੋਗੇ। ਇਸ ਕਰਕੇ ਇਹ ਸੁਨੇਹੇ ਆ ਜਿਹੜੇ ਇਹ ਦੇਸ਼ ਨੂੰ ਫਿਰ ਕਿਸੇ ਪਾਸੇ ਨਹੀਂ ਲੈ ਕੇ ਜਾਂਦੇ, ਬਿਹਤਰੀ ਵੱਲ ਨਹੀਂ ਲੈ ਕੇ ਜਾਂਦੇ। ਜ਼ਰੂਰੀ ਹੈ ਕਿ ਇਹਨਾਂ ਗੱਲਾਂ ਦੇ ਉੱਤੇ ਧਿਆਨ ਰੱਖਿਆ ਜਾਵੇ, ਚੀਜ਼ਾਂ ਇੱਧਰ ਨੂੰ ਨਾ ਜਾਣ। ਮੁਲਕ ਦੀ ਵੀ ਇਸੇ 'ਚ ਹੀ ਇੱਜ਼ਤ ਆ, ਮੁਲਕ ਵੀ ਇਸ ਦੇਸ਼ ਚੜ੍ਹਾਈ ਕਰਦਾ ਇਸ ਗੱਲ ਦੇ ਉੱਤੇ ਕਿ ਹਾਂ ਭਾਈ ਸਾਡਾ ਮੁਲਕ ਦੇਖੋ ਕਿੰਨਾ ਡੈਮੋਕ੍ਰੈਟਿਕ ਆ, ਅਸੀਂ ਉਦਾਹਰਨਾਂ ਦੇ ਸਕਦੇ ਹਾਂ, ਸਾਡੇ ਇੱਥੇ ਪ੍ਰੋਟੈਸਟ ਕਰ ਸਕਦੇ ਆ ਲੋਕ। ਇਹ ਨਹੀਂ ਗਾ ਕਿ ਨਹੀਂ ਪ੍ਰੋਟੈਸਟ ਕਰਨ ਦਿੱਤਾ ਜਾ ਰਿਹਾ, ਪ੍ਰੋਟੈਸਟ ਹੋ ਵੀ ਰਹੇ ਨੇ, ਆਪਾਂ ਦੇਖ ਹੀ ਰਹੇ ਹਾਂ ਕਿਸਾਨ ਅੰਦੋਲਨ। ਪਰ ਇਹਨਾਂ ਗੱਲਾਂ ਤੋਂ ਸਰਕਾਰਾਂ ਨੂੰ ਬਚਣਾ ਚਾਹੀਦਾ, ਡਾਇਲੋਗ 'ਚ ਪੈਣਾ ਚਾਹੀਦਾ, ਅੰਗੇਜ ਕਰਨਾ ਚਾਹੀਦਾ ਕਿਸਾਨਾਂ ਨਾਲ, ਨਾ ਕਿ ਇੰਟਰਨੈਟ ਬੰਦ ਕਰ ਦਿਓ, ਧਾਰਾ 144 ਦਾ ਅੰਗੇਜ ਕਰੋ, ਉਹਨਾਂ ਦੇ ਮਸਲੇ ਹੱਲ ਕਰੋ। ਠੀਕ ਹੈ, ਪ੍ਰੋਟੈਸਟ ਤਾਂ ਚੱਲਦੇ ਹੀ ਰਹਿੰਦੇ ਨੇ, ਲੋਕਤੰਤਰ ਦਾ ਹਿੱਸਾ ਹੁੰਦੇ ਨੇ। ਸੋ ਦੇਖਣਾ ਹੋਏਗਾ ਕਿ ਇਸ ਮਹਾ ਰੈਲੀ ਦਾ ਕਿਸਾਨੀ ਅੰਦੋਲਨ ਤੇ ਕੀ ਅਸਰ ਪਏਗਾ ਤੇ ਹਰਿਆਣਾ ਦੀ ਸਿਆਸਤ ਤੇ ਕੀ ਅਸਰ ਪਏਗਾ।